ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ। ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਕਹੈ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਸਵਾਰ ਦਿਨਹਾਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ। ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਉਪਰੰਤ ਨਿਤਨੇਮ ਤੋਂ ਬਾਅਦ ਜੋ ਆਪਾਂ ਪਾਵਨ ਉਪਦੇਸ਼ ਗੁਰਬਾਣੀ ਦੀ ਵਿਚਾਰ ਨੂੰ ਪੜ੍ਹਨ ਦਾ, ਵਿਚਾਰਨ ਦਾ, ਸਮਝਣ ਦਾ ਯਤਨ ਕਰਦੇ ਹਾਂ, ਉਸੇ ਲੜੀ ਤਹਿਤ ਅੱਜ ਦਾ ਜੋ ਆਨੰਦ ਸਾਹਿਬ ਦਾ 9ਵਾਂ ਪਦਾ ਗੁਰੂ ਅਮਰਦਾਸ ਸਾਹਿਬ ਜੀ ਜੋ ਉਪਦੇਸ਼ ਦੇਣਾ ਕਰਦੇ ਨੇ, ਆਪ ਜੀ ਨੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਰਵਣ ਕੀਤਾ ਹੈ, ਹੁਣ ਵੀ ਪੜ੍ਹਿਆ ਹੈ। ਤੇ ਜੋ ਉਪਦੇਸ਼, ਜੋ ਸਮਝ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ ਰਹੇ ਨੇ, ਇਹ ਆਨੰਦ ਬਾਣੀ ਦਾ 9ਵਾਂ ਪਦਾ, ਜਿਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਵਿਚਾਰ ਅਧੀਨ ਇਸ ਪੌੜੀ ਨੂੰ ਸਮਝਦਿਆਂ ਹੋਇਆਂ, ਵਿਚਾਰਦਿਆਂ ਹੋਇਆਂ ਆਪਣੇ ਜੀਵਨ ਦੇ ਅੰਦਰ, ਆਪਣੇ ਅਮਲ ਦੇ ਵਿੱਚ ਲੈ ਕੇ ਆਉਣ ਦਾ ਵੀ ਅਸੀਂ ਯਤਨ ਕਰੀਏ। ਤੇ ਬੇਨਤੀ ਹੈ ਭਾਈ, ਜਿਹੜੀਆਂ ਸੰਗਤਾਂ ਅਜੇ ਤੱਕ ਗੁਰਦਰਬਾਰ ਵਿੱਚ ਨਹੀਂ ਪਹੁੰਚੀਆਂ, ਸੋ ਭਾਈ ਜ਼ਰੂਰ ਪਹੁੰਚਣ ਦਾ ਯਤਨ ਕਰਿਆ ਕਰੋ, ਤਾਂ ਜੋ ਆਪਾਂ ਜ਼ਿੰਦਗੀ ਜਿਉਣ ਦਾ ਤਰੀਕਾ, ਜ਼ਿੰਦਗੀ ਨੂੰ
ਕਿਸ ਢੰਗ ਨਾਲ ਜਿਉਣਾ ਹੈ। ਅਤੇ ਸਤਿਗੁਰੂ ਜੀ ਜਦੋਂ ਉਪਦੇਸ਼ ਕਰਦੇ ਨੇ ਕਿ ਜ਼ਿੰਦਗੀ ਨੂੰ ਜਿਉਂ ਪਰ ਆਨੰਦਮਈ ਤਰੀਕੇ ਦੇ ਨਾਲ, ਟਾਈਮ ਨਾ ਟਪਾ। ਬਹੁਤੇ ਲੋਕ ਤੁਸੀਂ ਵੇਖੇ ਹੋਣਗੇ ਜ਼ਿੰਦਗੀ ਦੀ ਬਸ ਜਿਹੜੇ ਸਮਾਂ ਹੈ ਦਿਨ ਕੱਟੀ ਕਰ ਰਹੇ ਨੇ ਕਿ ਦਿਨ ਲੰਘਦੇ ਜਾ ਰਹੇ ਨੇ ਲੰਘਣ। ਪਰ ਸਤਿਗੁਰੂ ਜੀ ਕਹਿੰਦੇ ਆਹ ਬੜਾ ਕੀਮਤੀ ਸਮਾਂ ਹੈ, ਕਦੇ ਵਾਪਸ ਨਹੀਂ ਆਉਣ ਵਾਲਾ। ਦਿਨ ਕੱਟੀ ਨਾ ਕਰ, ਬਸ ਟਾਈਮ ਪਾਸ ਨਾ ਹੋਵੇ। ਜਿੰਨਾ ਜਿੰਨਾ ਵੀ ਟਾਈਮ ਹੈ ਉਹਨੂੰ ਕੀਮਤੀ ਬਣਾ, ਉਹਨੂੰ ਸੋਹਣੇ ਕੰਮਾਂ ਦੇ ਵਿੱਚ ਲੰਘਾਉਣ ਦਾ ਯਤਨ ਕਰ। ਅਤੇ ਸਤਿਗੁਰੂ ਜੀ ਵਾਰ-ਵਾਰ ਆਪਾਂ ਪਾਵਨ ਉਪਦੇਸ਼ ਨੂੰ ਪੜ੍ਹਦੇ ਹਾਂ, ਵਿਚਾਰਦੇ ਵੀ ਹਾਂ। ਬਹੁਤ ਥਾਵਾਂ 'ਤੇ ਸਤਿਗੁਰੂ ਜੀ ਦੱਸਦੇ ਨੇ। ਪਹਿਲਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹਿਆ, ਉਹ ਹਰੇਕ ਸ਼ਬਦ ਦੇ ਵਿੱਚ ਗੱਲ ਇਹ ਕਰਦੇ ਨੇ ਕਿ ਭਾਈ ਆਹ ਜਿਹੜਾ ਜੀਵਨ ਦਾ ਸਮਾਂ ਹੈ ਲੰਘਦਾ ਜਾ ਰਿਹਾ, ਵਾਪਸ ਨਹੀਂ ਆਉਣ ਵਾਲਾ। ਜਿਹੜਾ ਲੰਘ ਗਿਆ, ਇੱਕ ਸੈਕਿੰਡ ਵੀ ਜੇਕਰ ਲੰਘ ਗਿਆ ਉਹ ਭੂਤਕਾਲ ਬਣ ਗਿਆ, ਬਸ ਲੰਘ ਗਿਆ। ਜਿੱਥੇ ਚੱਲ ਰਿਹਾ ਬਸ ਇਹਨੂੰ ਸਵਾਰਦਾ ਜਾ, ਸੋਹਣਾ ਕੰਮ ਕਰਦਾ ਜਾ, ਕਰਦਾ ਜਾ, ਕਰਦਾ ਜਾ। ਇੱਦਾਂ ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆਵੇਗਾ, ਜ਼ਿੰਦਗੀ ਆਨੰਦਮਈ ਲੱਗੇਗੀ। ਚਾਅ ਪੈਦਾ ਹੋਵੇਗਾ ਤੇਰੇ ਅੰਦਰ। ਹੁਣ ਦੇਖੋ, ਚਾਅ ਉਹਦੇ ਵਿੱਚ ਪੈਦਾ ਹੁੰਦਾ ਹੈ ਜਿਹੜੇ ਦੇ ਚਿੱਤ ਵਿੱਚ ਕੋਈ ਨਵਾਂ ਕੰਮ ਕਰਨ ਦੀ ਉਮੀਦ ਹੋਵੇ ਕਿ ਆਹ ਸੋਹਣਾ ਕੰਮ ਮੈਂ ਕਰਨਾ ਹੈ, ਨਵਾਂ ਕੰਮ, ਉਹਨੂੰ ਚਾਅ ਹੁੰਦਾ ਹੈ। ਪਰ ਜਿਹਨੇ ਕੋਈ ਕੰਮ ਕਰਨਾ ਹੀ ਨਹੀਂ, ਉਹਨੂੰ ਚਾਅ ਕਾਹਦਾ? ਉਹਨੂੰ ਚਾਅ ਹੋ ਹੀ ਨਹੀਂ ਸਕਦਾ। ਬੱਚੇ ਸਕੂਲਾਂ ਵਿੱਚ ਦਾਖਲ ਕਰਦੇ ਆ, ਸਾਲ ਪਹਿਲਾਂ ਲੰਘ ਗਿਆ, ਹੁਣ ਨਵੀਂ ਐਡਮਿਸ਼ਨ ਜਦੋਂ ਹੁੰਦੀ ਆ ਉਹਨਾਂ ਨੂੰ ਚਾਅ ਹੁੰਦਾ ਹੈ ਕਿ ਨਵੀਆਂ ਕਿਤਾਬਾਂ ਮਿਲਣਗੀਆਂ, ਨਵੀਂ ਪੜ੍ਹਾਈ, ਨਵੀਂ ਕਲਾਸ, ਚਾਅ ਹੋ ਗਿਆ। ਫੇਰ ਹੀ ਕਿਤੇ ਜਾ ਕੇ ਪੜ੍ਹਾਈ ਹੁੰਦੀ ਹੈ ਨਾ। ਜਿੰਨਾ ਟਾਈਮ ਚਾਅ ਨਹੀਂ ਨਾ ਪੈਦਾ ਹੁੰਦਾ, ਅੰਦਰ ਰੁਚੀ ਪੈਦਾ ਨਹੀਂ ਹੁੰਦੀ, ਉਹ ਸਿਰਫ ਬੱਧਾ ਚੱਟੀ ਹੋ ਸਕਦੀ ਹੈ ਜਾਂ ਸਿਰਫ ਟਾਈਮ ਪਾਸ ਹੋ ਸਕਦਾ ਹੈ। ਜ਼ਿੰਦਗੀ ਜਿਉਣੀ ਹੈ ਚਾਅ ਨਾਲ ਜਿਉਂ, ਅਤੇ ਚਾਅ ਪੈਦਾ ਕਰਨਾ ਪਵੇਗਾ। ਚਾਅ ਕਿਸੇ ਇੱਧਰ ਉੱਧਰ ਭੱਜ ਕੇ ਨਹੀਂ, ਚਾਅ ਜਿਹੜਾ ਹੈ ਉਹ ਆਨੰਦਮਈ ਜ਼ਿੰਦਗੀ ਰੱਬ ਦੇ ਨਾਮ ਦੇ ਵਿੱਚ ਆਵੇਗੀ। ਚਾਅ ਰੱਖ, ਚਾਅ ਹੋਵੇ ਤੈਨੂੰ ਜ਼ਿੰਦਗੀ ਜਿਉਣ ਦਾ। ਚਾਅ ਬੰਦੇ ਨੂੰ ਚੜ੍ਹਨਾ ਚਾਹੀਦਾ ਹੈ, ਪਰ ਹੋਵੇ ਚਾਅ ਕਿਹੜਾ? ਜਦੋਂ ਸਦ ਉਪਯੋਗ ਕਰਦਾ ਹੋਵੇ, ਸੋਹਣੇ ਕੰਮ ਕਰਦਾ ਹੋਵੇ, ਚਾਅ ਚੜ੍ਹਿਆ ਰਹੇ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ ਪਾਵਨ ਗੁਰਬਾਣੀ ਦੇ ਵਿੱਚ, ਲਾਲ ਰੰਗ ਤਿਸ ਕਉ ਲੱਗਾ ਜਿਸ ਕੀ ਵਡਭਾਗਾ। ਲਾਲ ਰੰਗ ਦਾ ਮਤਲਬ ਇਹ ਹੈ ਕਿ ਜਿਹਨੂੰ ਪ੍ਰੇਮ ਵਾਲਾ ਰੰਗ ਲੱਗ ਜਾਵੇ, ਪ੍ਰਮਾਤਮਾ ਦਾ ਪ੍ਰੇਮ ਰੂਪੀ ਰੰਗ ਲੱਗ ਜਾਵੇ ਨਾ, ਲਾਲ ਦਾ ਮਤਲਬ ਇਹ ਹੁੰਦਾ ਸੋਹਣੇ ਭਾਗਾਂ ਵਾਲਾ, ਸੋਹਣੇ ਕੰਮਾਂ ਵਾਲਾ ਬਣ ਜਾਂਦਾ ਹੈ। ਅਤੇ ਕੋਸ਼ਿਸ਼ ਕਰਿਆ ਕਰੀਏ ਕਿ ਸਾਨੂੰ ਵੀ ਲਾਲ ਰੰਗ ਚੜ੍ਹੇ ਉਸ ਅਕਾਲ ਪੁਰਖ ਪਰਮਾਤਮਾ ਦਾ। ਅਤੇ ਦਾਤਾ ਰਹਿਮਤ ਕਰੇ ਆਪਾਂ ਅਗਲੇਰੀਆਂ ਹੋਰ ਵਿਚਾਰਾਂ ਦੇ ਨਾਲ ਸਾਂਝ ਪਾ ਸਕੀਏ। ਆਓ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ। ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਕੇ ਵਾਰ ਕਹਿਣ 'ਤੇ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਜਿਉਣ ਦਾ ਆਨੰਦ ਹੋਵੇ, ਆਨੰਦ ਮਾਣਨਾ ਹੈ। ਅਤੇ ਬੜੇ ਵਾਰ ਆਪਾਂ ਇਹ ਗੱਲ ਸਾਂਝੀ ਕੀਤੀ ਹੈ, ਜਿਹਦੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ ਟਾਰਗੇਟ ਹੋਣ, ਨਵਾਂ ਕੰਮ ਕਰਨਾ ਹੈ, ਜ਼ਿੰਦਗੀ ਜਿਉਣ ਦਾ ਆਨੰਦ ਉਹਨੂੰ ਆਉਂਦਾ ਹੈ। ਚਾਅ ਉਹਦੇ ਵਿੱਚ ਪੈਦਾ ਹੁੰਦਾ ਹੈ ਕਿ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਸਿੱਖਣਾ ਹੈ, ਹਰ ਰੋਜ਼ ਕੁਝ ਨਵਾਂ ਪੜ੍ਹਨਾ ਹੈ, ਕੱਲ੍ਹ ਦਾ ਕੰਮ ਹੈ ਜਿਹੜਾ ਕੋਈ ਨਵਾਂ ਹੋਵੇ। ਅਤੇ ਚਾਅ ਬਣਿਆ ਰਹਿੰਦਾ, ਚਾਅ ਬਣਿਆ ਰਹਿੰਦਾ। ਫਿਰ ਬੰਦਾ ਕਿਤੇ ਜਾ ਕੇ ਚਾਅ ਦੇ ਵਿੱਚ ਕੰਮ ਕਰਦਾ। ਅਤੇ ਗੱਲ ਕਰ ਰਹੇ ਸਾਂ ਕਿ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵਡਭਾਗਾ। ਜਿਹੜੇ ਕੰਮ ਸੋਹਣੇ ਨੇ, ਜਿਹਦੇ ਭਾਗ ਸੋਹਣੇ ਨੇ, ਜਿਹਦੇ ਕਰਮ ਸੋਹਣੇ ਨੇ, ਉਹਨਾਂ ਨੂੰ ਲਾਲ ਰੰਗ ਲੱਗਦਾ ਹੈ। ਲਾਲ ਰੰਗ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਚਿਹਰਾ ਖਣੀ ਲਾਲ ਹੋ ਜਾਂਦਾ ਹੋਵੇਗਾ ਜਾਂ ਲਾਲੀ ਦਿਸਦੀ, ਅੱਖਾਂ ਲਾਲ ਹੋ ਗਈਆਂ ਵੀ ਇਹ ਰੱਬੀ ਰੂਹ ਹੈ, ਨਹੀਂ। ਲਾਲ ਰੰਗ ਦਾ ਮਤਲਬ ਹੈ ਪ੍ਰਮਾਤਮਾ ਦਾ ਪ੍ਰੇਮ ਰੂਪੀ ਰੰਗ। ਕਿਉਂਕਿ ਜਿਹੜਾ ਲਾਲ ਰੰਗ ਹੈ ਨਾ, ਦੁਨੀਆ ਦੇ ਵਿੱਚ ਕੋਈ ਮਰਜ਼ੀ ਰੰਗ ਨੂੰ ਮਿਟਾ ਕੇ ਤੁਸੀਂ ਹੋਰ ਰੰਗ ਚੜ੍ਹਾ ਸਕਦੇ ਹੋ।
ਰੰਗ ਦੇ ਵਿੱਚ ਮਿਲਾ ਕੇ ਹੋਰ ਰੰਗ ਮਿਲਾਇਆ ਜਾ ਸਕਦਾ, ਪਰ ਜਿਹੜਾ ਲਾਲ ਰੰਗ ਹੈ ਉਹ ਕੱਚਾ ਨਹੀਂ ਹੁੰਦਾ। ਲਾਲ ਰੰਗ ਦੇ ਉੱਤੇ ਕੋਈ ਹੋਰ ਰੰਗ ਦੀ ਪਰਤ ਨਹੀਂ ਚੜ੍ਹ ਜਾਂਦੀ। ਅਤੇ ਸਤਿਗੁਰੂ ਜੀ ਕਹਿੰਦੇ ਪ੍ਰੇਮ ਜਿਹੜਾ ਰੱਬ ਦਾ ਰੰਗ ਹੈ ਨਾ, ਉਹ ਲਾਲ ਹੈ। ਲਾਲ ਰੰਗ ਦੀ ਤਰ੍ਹਾਂ ਹੈ, ਜਿਹਦੇ ਉੱਤੇ ਕੋਈ ਹੋਰ ਰੰਗ ਚੜ੍ਹ ਹੀ ਨਹੀਂ ਸਕਦਾ। ਜਿਹਨੂੰ ਪ੍ਰੇਮ ਦਾ ਰੰਗ ਲੱਗ ਗਿਆ ਨਾ, ਉਹਨੂੰ ਹੋਰ ਕੋਈ ਰੰਗ ਚੜ੍ਹ ਹੀ ਨਹੀਂ ਸਕਦਾ। ਅਤੇ ਰੰਗ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਚੜ੍ਹਿਆ ਹੋਣਾ ਚਾਹੀਦਾ ਹੈ, ਉਸ ਅਕਾਲ ਪੁਰਖ ਪਰਮਾਤਮਾ ਦਾ। ਅਤੇ ਉਹ ਹੋਣਾ ਤਾਂ ਹੈ ਜੇ ਉਹਨੂੰ ਅਰਾਧਾਂਗੇ, ਜੇ ਉਹਨੂੰ ਜਪਾਂਗੇ, ਉਹਨੂੰ ਪੜ੍ਹਾਂਗੇ, ਉਹਨੂੰ ਵਿਚਾਰਾਂਗੇ, ਉਹਨੂੰ ਸਮਝਾਂਗੇ, ਤਾਂ ਹੋਣਾ ਹੈ। ਲਾਲ ਰੰਗ ਤਾਂ ਚੜ੍ਹਨਾ ਜੇ ਉਹਦੇ ਦੱਸੇ ਹੋਏ ਨੁਕਤਿਆਂ 'ਤੇ ਚੱਲਣ ਦਾ ਯਤਨ ਕਰਾਂਗੇ, ਰੱਬ ਦੇ ਕਾਬਲ ਹੋਣ ਦਾ ਯਤਨ ਕਰਾਂਗੇ, ਕੋਸ਼ਿਸ਼ ਕਰੀਏ ਉਹਦੇ ਸੁਭਾਅ ਦੇ ਅਕੋਰਡਿੰਗ ਜ਼ਿੰਦਗੀ ਜਿਉਣ ਦਾ। ਜਿੱਦਾਂ ਦਾ ਰੱਬ ਦਾ ਸੁਭਾਅ ਹੈ ਉਵੇਂ ਦੀ ਜ਼ਿੰਦਗੀ ਜਿਉਈਏ, ਫਿਰ ਕਿਤੇ ਜਾ ਕੇ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਸਾਨੂੰ ਰੱਬ ਨਾਲ ਮਿਲਾਉਣ ਦਾ ਰਸਤਾ ਵਿਖਾਉਂਦੀ ਹੈ, ਸਾਡਾ ਮਾਰਗ ਦਰਸ਼ਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਉਹ ਰਾਹ 'ਤੇ ਚੜ੍ਹਾਉਂਦੀ ਹੈ, ਉਸ ਰੱਬੀ ਰਾਹ 'ਤੇ, ਉਸ ਧਰਮ ਵਾਲੇ ਰਾਹ 'ਤੇ ਚੜ੍ਹਾਉਂਦੀ ਹੈ, ਜਿੱਥੇ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਈਦਾ ਹੈ। ਉਹ ਰਾਹ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਚੱਲਣਾ ਸਿਖਾਉਂਦੇ ਨੇ, ਉਹ ਰਾਹ 'ਤੇ ਸਾਨੂੰ ਤੁਰਨਾ ਵਿਖਾਉਂਦੇ ਨੇ ਕਿ ਭਾਈ ਆ ਸੱਚ ਵਾਲੇ ਰਾਹ ਦੀ ਪਕੜ ਕਰ, ਵੇਖ ਸੱਚ ਵਾਲਾ ਰਸਤਾ ਕਿੱਧਰ ਨੂੰ ਜਾਂਦਾ ਹੈ। ਦੁਨੀਆ ਦੇ ਲੋਕਾਂ ਦੇ ਪਿੱਛੇ ਲੱਗ ਕੇ, ਦੁਨਿਆਵੀ ਲੋਕਾਂ ਦੇ ਪਿੱਛੇ ਲੱਗ ਕੇ ਨਾ ਤੁਰ ਪਈ। ਜਿਹੜਾ ਤੈਨੂੰ ਗੁਰੂ ਕਹਿੰਦਾ ਰਾਹ ਉਹ ਚੁਣੀ, ਕਿਉਂਕਿ ਦੁਨੀਆ ਦੇ ਅੰਦਰ ਬੜੇ ਲੋਕ ਨੇ ਜਿਹੜੇ ਤੁਹਾਨੂੰ ਭੁਲੇਖਿਆਂ ਦੇ ਵਿੱਚ, ਭਰਮਾਂ ਦੇ ਵਿੱਚ ਲਿਜਾਣ ਵਾਲੇ ਨੇ, ਰਸਤੇ ਭਟਕਾਉਣ ਵਾਲੇ ਨੇ। ਪਰ ਜਿਹੜਾ ਤੈਨੂੰ ਗੁਰੂ ਕਹਿੰਦਾ ਹੈ ਉਹ ਰਾਹ 'ਤੇ ਜਾ, ਆਪਣੇ ਗੁਰੂ ਦੀ ਮੰਨੀ ਨਾ ਕਿ ਲੋਕ ਆਹ ਗੱਲ ਕਹਿੰਦੇ ਨੇ ਤਾਂ ਕਰਨਾ ਹੈ, ਲੋਕ ਕਹਿੰਦੇ ਨੇ ਕਿ ਮੈਂ ਕਰਨਾ ਹੀ ਕਰਨਾ ਹੈ। ਕਿਉਂਕਿ ਸਾਡੀ ਬਹੁਤੀ ਦੁਨੀਆ ਨੇ ਇਹਨਾਂ ਗੱਲਾਂ ਦੀ ਮਾਰੀ ਹੈ ਕਿ ਲੋਕ, ਇੰਨੇ ਲੋਕ ਹੁਣ ਜੇ ਕਿਤੇ ਕੋਈ ਲੋਕ ਜਾਂਦੇ ਵੀ ਹੋਣ ਕਿਸੇ ਦਰਗਾਹ 'ਤੇ, ਕਿਤੇ ਕੋਈ ਵੀ ਥਾਂ 'ਤੇ, ਕਿਸੇ ਮੂਰਤੀ ਪੂਜਾ, ਕਿਸੇ ਕਬਰ, ਜੇ ਕੋਈ ਜਾਂਦੇ ਵੀ ਨੇ ਅਤੇ ਕਿਸੇ ਨੂੰ ਪੁੱਛੀਏ ਕਿ ਭਾਈ ਉੱਥੇ ਕਿਉਂ ਜਾਂਦੇ ਹੋ, ਇੱਕ ਰੱਬ ਤੋਂ ਬਿਨਾਂ ਕੋਈ ਦੂਜਾ ਦਰ ਹੈ ਹੀ ਨਹੀਂ, ਇੱਕ ਦਰ ਤੋਂ ਬਿਨਾਂ ਇੱਕ ਦੇ ਨਾਲ ਜੁੜ ਕੇ ਰਿਹਾ ਕਰੋ। ਹੁਣ ਬਹੁਤੀਆਂ ਗੱਲਾਂ ਪਤਾ ਕੀ ਹੈ, ਲੋਕ ਕਹਿਣਗੇ ਇੰਨੇ ਲੋਕ ਜਾਂਦੇ ਨੇ, ਉਹ ਕਿਹੜਾ ਕਮਲੇ ਨੇ। ਹੁਣ ਲੋਕਾਂ ਦੇ ਪਿੱਛੇ ਲੱਗ ਕੇ ਦੇਖਾ ਦੇਖੀ ਸਾਡੇ ਲੋਕ ਤੁਰੇ ਜਾਂਦੇ ਨੇ, ਪਤਾ ਭਾਵੇਂ ਕੱਖ ਨਾ ਹੋਵੇ। ਜਿਹਦੇ ਕੋਲ ਜਾਂਦੇ ਨੇ, ਜਿਹਨੂੰ ਜਾ ਕੇ ਪੜ੍ਹਦੇ ਨੇ, ਵਿਚਾਰਦੇ ਨੇ, ਜਿਹਦੀਆਂ ਚੌਂਕੀਆਂ ਭਰਦੇ ਨੇ, ਪਤਾ ਉਹਨਾਂ ਬਾਰੇ ਹੁੰਦਾ ਨਹੀਂ, ਪਤਾ ਉਹਨਾਂ ਬਾਰੇ ਕੱਖ ਨਹੀਂ ਹੁੰਦਾ ਵੀ ਕਿੱਥੋਂ ਆਇਆ, ਕਿਵੇਂ ਹੋਇਆ, ਕਿਵੇਂ ਮਰਿਆ। ਪਰ ਬਸ ਮੰਨਣਾ ਜ਼ਰੂਰ ਹੈ ਕਿ ਲੋਕ ਇੰਨੇ ਜਾਂਦੇ ਨੇ, ਕੋਈ ਕਰਾਮਾਤ ਹੀ ਹੋਵੇਗੀ। ਬਸ ਇਹਨਾਂ ਗੱਲਾਂ ਦੇ ਮਾਰੇ ਹੋਏ ਲੋਕ ਅਸੀਂ, ਜਿਹੜੀ ਗੱਲ ਗੁਰੂ ਕਹਿੰਦਾ ਗੁਰੂ ਦੀ ਮੰਨਣ ਨੂੰ ਤਿਆਰ ਨੇ। ਜਦੋਂ ਗੁਰੂ ਦੀ ਮੰਨ ਲਈ, ਉਹਨੇ ਕਹਿਣਾ ਹੈ ਭਾਈ ਬਾਕੀ ਦਰ ਛੱਡ ਦੇ, ਕੋਈ ਹੋਰ ਹੈ ਹੀ ਨਹੀਂ ਇੱਥੇ, ਸਿਰਫ ਅਤੇ ਸਿਰਫ ਇੱਕ ਦੇ ਦਰ 'ਤੇ ਆ ਜਾ, ਜਿਹੜਾ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਜੀ ਇਹ ਸੱਚ ਦਾ ਮਾਰਗ ਵਿਖਾਉਂਦੇ ਨੇ ਕਿ ਇੱਕ ਅਰਾਧ, ਇੱਕ ਨੂੰ ਸਮਝ, ਇੱਕ ਨੂੰ ਪੜ੍ਹ, ਇੱਕ ਨੂੰ ਵਿਚਾਰ, ਅਤੇ ਜ਼ਿੰਦਗੀ ਦੇ ਵਿੱਚ ਉਸ ਇੱਕ ਨੂੰ ਧਾਰਨ ਕਰਨ ਦਾ ਯਤਨ ਕਰ। ਉਸ ਇੱਕ ਨੂੰ ਲੈ ਕੇ ਆ ਜ਼ਿੰਦਗੀ ਵਿੱਚ। ਇੱਕ ਹੋਣ ਦਾ ਜਿਹੜਾ ਉਪਦੇਸ਼ ਹੈ ਉਹ ਜ਼ਿੰਦਗੀ ਵਿੱਚ ਲੈ ਕੇ ਆ ਕਿ ਇੱਕ ਹੋ ਜਾਵੇ। ਅਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਜ਼ਿੰਦਗੀ ਜਿਉਣੀ ਹੈ ਨਾ, ਜਦੋਂ ਗੁਰੂ ਦੇ ਉਪਦੇਸ਼ ਦੇ ਰਾਹੀਂ ਸਭ ਤੋਂ ਪਹਿਲਾਂ ਇੱਕ ਨੂੰ ਸਮਝਣਾ ਪਵੇਗਾ। ਇਦੋਂ ਬਾਅਦ ਕੋਈ ਹੋਰ ਜੇ ਆਪਾਂ ਕਹਿ ਦਈਏ ਵੱਡੀ ਗੱਲ ਹੋਵੇ ਜਾਂ ਨਹੀਂ, ਸਭ ਤੋਂ ਪਹਿਲਾਂ ਮਾਰਗ ਹੀ ਇੱਕ ਵਾਲਾ ਹੈ। ਜੇ ਗੁਰੂ ਦੇ ਅਨੁਸਾਰ ਹੀ ਜ਼ਿੰਦਗੀ ਜਿਉਣੀ ਹੈ ਨਾ, ਸਤਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਗੱਲ ਹੀ ਇੱਕ ਦੀ ਕਰਦੇ ਨੇ ਕਿ ਜੇ ਤੂੰ ਆਹ ਰਾਹ 'ਤੇ ਆਉਣਾ ਹੈ, ਇੱਧਰ ਆਉਣਾ ਹੈ, ਬਾਕੀ ਸਾਰਾ ਕੁਝ ਛੱਡਿਆ, ਬਾਕੀ ਸਾਰਾ ਕੁਝ ਛੱਡਾ ਕੇ ਆ। ਜਿਹਨੂੰ ਮੰਨਦਾ ਹੈ, ਜਿਹਦੇ ਕੋਲ ਜਾਣਾ ਹੈ, ਜਿਹਦੀਆਂ ਚੌਂਕੀਆਂ ਭਰਦਾ ਹੈ, ਜਿਹਦੀਆਂ ਜੋਤਾਂ ਟੱਲੀਆਂ ਖੜਕਾਉਂਦਾ ਹੈ, ਸਾਰਿਆਂ ਨੂੰ ਛੱਡ ਕੇ ਆ। ਇੱਥੇ ਛੱਡ ਕੇ ਆਉਣਾ ਪੈਣਾ, ਇੱਥੇ ਇਕੱਲੇ ਨਹੀਂ ਆਉਣਾ ਪੈਣਾ। ਜਿੱਥੇ ਜਿੱਥੇ ਜਾ ਕੇ ਤੂੰ ਸਿਰ ਸੁੱਟਦਾ ਹੈ ਦਿਹਾੜੀ ਦੇ ਵਿੱਚ, ਪਤਾ ਨਹੀਂ ਸਵੇਰੇ ਕਿਤੇ ਹੋਰ, ਸ਼ਾਮ ਨੂੰ ਕਿਤੇ ਹੋਰ, ਵੀਰਵਾਰ ਨੂੰ ਕਿਤੇ ਹੋਰ, ਮੰਗਲਵਾਰ ਨੂੰ ਕਿਤੇ ਹੋਰ, ਜਿੱਥੇ ਜਿੱਥੇ ਸਿਰ ਸੁੱਟਦਾ ਹੈ ਉਹ ਸਿਰਫ ਤਨ ਅਤੇ ਜਿਹੜਾ ਸਿਰ ਹੈ ਲੈ ਕੇ ਗੁਰੂ ਦੇ ਦਰ 'ਤੇ ਆ ਜਾ। ਸਿਰ ਦਾ ਮਤਲਬ ਮਨ, ਇਹ ਗੁਰੂ ਦੇ ਦਰ 'ਤੇ ਲੈ ਕੇ ਆ ਜਾ। ਇੱਕ ਵਾਰੀ ਧਰ ਦੇ, ਮੁੜ ਕੇ ਗੁਰੂ ਨੇ ਹਿੱਲਣ ਨਹੀਂ ਦੇਣਾ। ਕੇਰਾਂ ਗੁਰੂ ਨੂੰ ਦੇ ਕੇ ਤਾਂ ਵੇਖ,
ਲੈ ਕੇ ਆ, ਇੱਥੇ ਧਰ। ਅਤੇ ਸਭ ਤੋਂ ਵੱਡਾ ਹੀ ਰਾਹ ਇਹ ਹੈ, ਸਭ ਤੋਂ ਵੱਡਾ ਜਿਹੜੀ ਮੁਸ਼ਕਿਲ ਵਾਲੀ ਗੱਲ ਹੈ, ਸਭ ਤੋਂ ਪਹਿਲ ਤਾਂ ਹੋਣਾ ਇੱਕ ਪਵੇਗਾ। ਅਤੇ ਜਿੱਦਣ ਚਾਅ ਪੈਦਾ ਹੋ ਗਿਆ ਫਿਰ ਔਖਾ ਨਹੀਂ ਲੱਗਣਾ। ਚਾਅ ਹੋਵੇ, ਔਖਾ ਹੁਣ ਆਮ ਤਾਂ ਸਾਨੂੰ ਔਖਾ ਲੱਗੇਗਾ ਹੀ। ਹੁਣ ਦੁਨੀਆ ਦੇ ਵਿੱਚ ਵੇਖਿਓ, ਜਿਹੜਾ ਬੰਦਾ ਹੁਣ ਮੋਟਰਸਾਈਕਲ ਸਿੱਖਣਾ ਹੋਵੇ, ਹੁਣ ਪਹਿਲਾਂ ਲੱਗਦਾ ਕਿ ਬੜਾ ਔਖਾ ਹੈ। ਬੱਚੇ ਸਾਈਕਲ ਵੀ ਸਿੱਖਦੇ ਨੇ, ਉਹਨਾਂ ਨੂੰ ਲੱਗਦਾ ਮੈਂ ਸਿੱਖ ਹੀ ਨਹੀਂ ਸਕਦਾ, ਬੜਾ ਔਖਾ ਹੈ। ਪਰ ਚਾਅ ਪੈਦਾ ਹੋਵੇ ਸਿੱਖ ਵੀ ਜਾਂਦੇ ਨੇ, ਫਿਰ ਕਹਿੰਦੇ ਬੜਾ ਸੌਖਾ ਹੈ, ਬਹੁਤ ਸੌਖਾ ਹੈ। ਹੁਣ ਐਡੇ ਐਡੇ ਜਹਾਜ਼ ਲੋਕ ਹਵਾ ਵਿੱਚ ਉਡਾਈ ਲਈ ਫਿਰਦੇ ਨੇ, ਰੇਲ ਗੱਡੀ ਚਲਾ ਰਹੇ ਨੇ, ਵੱਡੇ ਸਾਧਨ। ਹੁਣ ਆਪਾਂ ਨੂੰ ਤਾਂ ਲੱਗਦਾ ਬਹੁਤ ਔਖਾ ਹੈ, ਪਰ ਜਿਨ੍ਹਾਂ ਦੇ ਹੱਥ ਲੱਗ ਗਿਆ, ਜਿਨ੍ਹਾਂ ਦੇ ਅੰਦਰ ਚਾਹ ਹੈ, ਉਹ ਕਹਿੰਦੇ ਇਹ ਚੀਜ਼ ਸੌਖੀ ਨਹੀਂ, ਉਹਨਾਂ ਨੂੰ ਲੱਗਦਾ। ਅਤੇ ਸਤਿਗੁਰੂ ਜੀ ਇਹੀ ਗੱਲ ਕਰਦੇ ਨੇ ਕਿ ਭਾਈ ਜਦੋਂ ਤੂੰ ਦੂਰ ਬੈਠ ਕੇ ਸੋਚੇਗਾ ਤਾਂ ਔਖਾ ਲੱਗਣਾ ਹੀ ਲੱਗਣਾ ਹੈ, ਪਰ ਜਦੋਂ ਇਸ ਮਾਰਗ 'ਤੇ ਆਵੇਂਗਾ ਨਾ, ਬੜਾ ਸੋਹਣਾ ਮਾਰਗ ਹੈ, ਬੜਾ ਸੌਖਾ ਰਸਤਾ ਹੈ। ਆ ਤੂੰ ਕੋਸ਼ਿਸ਼ ਕਰ, ਇਸ ਰਾਹ ਨੂੰ ਅਪਣਾ। ਅਤੇ ਜਿੱਦਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਇੱਕ ਦਾ ਹੋਕਾ ਦਿੱਤਾ ਸੀ ਨਾ, ਜਿੱਦਣ ਇਸ ਇੱਕ ਨੂੰ ਸਮਝਾਉਣ ਲਈ ਸਤਿਗੁਰੂ ਜੀ ਤੁਰੇ ਸਨ ਕਿ ਭਾਈ ਬਾਕੀਆਂ ਨੂੰ ਛੱਡ ਦਿਓ, ਜੇ ਜ਼ਿੰਦਗੀ ਜਿਉਣੀ ਹੈ ਤਾਂ ਇੱਕ ਦਾ ਹੋ ਜਾਓ। ਇੱਕ ਗੱਲ ਹੋਰ ਸਮਝਿਓ, ਜੇ ਬੰਦਾ ਬਹੁਤਿਆਂ ਦੀ ਮੰਨਤਾ ਕਰਦਾ ਹੋਵੇ ਨਾ, ਬਾਹਲਿਆਂ ਜ਼ਿਆਦਿਆਂ ਨੂੰ ਮੰਨਦਾ ਹੋਵੇ, ਤਾਂ ਉਹ ਕਦੇ ਆਨੰਦਮਈ ਹੋ ਹੀ ਨਹੀਂ ਸਕਦਾ, ਉਹਨੂੰ ਟੈਨਸ਼ਨਾਂ ਹੀ ਬਣੀਆਂ ਰਹਿੰਦੀਆਂ ਨੇ। ਜਿੰਨਿਆਂ ਨੂੰ ਵੱਧ ਮੰਨੇਗਾ ਉਹਨਾਂ ਵੱਧ ਦੁਖੀ, ਜਿੰਨਿਆਂ ਦੀ ਵੱਧ ਮਾਨਤਾ ਕਰੇਗਾ ਉਹਨਾਂ ਬੰਦਾ ਵੱਧ ਦੁਖੀ ਹੁੰਦਾ ਹੈ। ਕਦੇ ਕੋਈ ਫਲਾਣਾ ਦਿਨ ਆ ਗਿਆ, ਅੱਜ ਇੱਧਰ ਨੂੰ ਜਾਣਾ ਹੈ, ਅੱਜ ਇੱਧਰ ਨੂੰ ਜਾਣਾ ਹੈ, ਵੀਰਵਾਰ ਨੂੰ ਆ ਗਿਆ ਕਿਤੇ ਜੋਤਾਂ ਖੜਕਾ ਕੇ ਆਉਣੀਆਂ ਨੇ, ਐਤਵਾਰ ਆ ਗਿਆ ਕਿਸੇ ਜੰਡ 'ਤੇ ਜਾਣਾ ਹੈ, ਮੰਗਲਵਾਰ ਆ ਗਿਆ ਕਿਤੇ ਜਾਣਾ ਹੈ। ਇੱਦਾਂ ਜਿਹੜਾ ਹੈ ਨਾ, ਉਹ ਭੁਲੇਖਿਆਂ ਵਿੱਚ ਹੀ ਪਿਆ ਰਹਿੰਦਾ, ਵੱਧ ਦੁਖੀ ਹੁੰਦਾ ਹੈ। ਆਹ ਫਲਾਣਾ ਬਾਬਾ ਨਾ ਰੁੱਸ ਜਾਵੇ, ਜੇ ਇਸ ਵਾਰ ਇਹਦਾ ਦਿਨ ਆਉਣਾ, ਆਹ ਫਲਾਣਾ ਨਾ ਰੁੱਸ ਜਾਵੇ, ਬੰਦਾ ਵੱਧ ਦੁਖੀ ਹੁੰਦਾ ਹੈ, ਖੁਆਰ ਹੁੰਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਆ ਜਾ, ਤੇਰਾ ਇਹ ਸਾਰਾ ਬੋਝ ਮੈਂ ਲਾ ਕੇ ਰੱਖ ਦੇਣਾ। ਆ ਤਾਂ ਸਹੀ, ਗੁਰੂ ਨੇ ਸਾਰਾ ਬੋਝ ਲਾ ਦੇਣਾ, ਜਿਹੜਾ ਆ ਬੋਝ ਕਰਮਾਂ ਕਾਂਡਾ ਵਹਿਮਾਂ ਭਰਮਾਂ ਦਾ ਡਰਾਂ ਦਾ ਪਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਲਾ ਕੇ ਰੱਖ ਦੇਣਾ ਹੈ, ਪਰ ਕੋਸ਼ਿਸ਼ ਇਹ ਕਰ ਤੂੰ ਆਪਣਾ ਮਨ ਲੈ ਕੇ ਆਈ ਗੁਰੂ ਦੇ ਦਰ 'ਤੇ, ਮਨ ਲੈ ਕੇ ਆਈ, ਸਾਰਾ ਕੁਝ ਕੱਢ ਦੇਣਾ ਹੈ ਤੇਰਾ। ਅਤੇ ਗੱਲ ਕਰ ਰਹੇ ਸਾਂ, ਜਿੱਦਣ ਗੁਰੂ ਨਾਨਕ ਸਾਹਿਬ ਇੱਕ ਦਾ ਹੋਕਾ ਲੈ ਕੇ ਤੁਰੇ ਕਿ ਭਾਈ ਇੱਕ ਦੇ ਨਾਲ ਜੁੜੋ, ਇੱਕ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ, ਇੱਕ ਦੇ ਦਰ 'ਤੇ ਆ ਕੇ ਜੁੜੋ। ਇੱਕ ਨੇ ਤੁਹਾਡੀ ਜ਼ਿੰਦਗੀ ਸੋਹਣੀ ਸਵਾਰਨੀ ਹੈ, ਨਾ ਕਿ ਬਹੁਤਿਆਂ ਨੇ। ਬਹੁਤੇ ਜ਼ਿਆਦਾ ਨੁਕਸਾਨ ਕਰਦੇ ਨੇ। ਗੱਡੀ ਜਦੋਂ ਚਲਾਉਂਦੇ ਆ ਨਾ, ਅਤੇ ਉਹਦਾ ਡਰਾਈਵਰ ਇੱਕੋ ਹੀ ਹੁੰਦਾ ਹੈ, ਅਤੇ ਜੇ ਕਿਤੇ ਬਹੁਤਿਆਂ ਦੇ ਹੱਥ ਵਿੱਚ ਦਿੱਤੀ ਹੋਵੇ ਨਾ, ਤਾਂ ਉਹਦਾ ਐਕਸੀਡੈਂਟ ਤਬਾਹੀ ਹੋ ਜਾਣਾ ਹੁੰਦਾ ਜੇ ਉਹਦੇ ਬਹੁਤੇ ਡਰਾਈਵਰ ਹੋਣ। ਜੇ ਇੱਕ ਦੇ ਹੱਥ ਵਿੱਚ ਚੱਲੇਗੀ ਤਾਂ ਸਿੱਧੀ ਜਾਂਦੀ ਰਹੇਗੀ, ਜੇ ਬਹੁਤੇ ਆ ਕੇ ਚਲਾਉਣਗੇ ਤਾਂ ਕਦੇ ਵੀ ਉਹ ਸਹੀ ਨਹੀਂ ਜਾ ਸਕਦੀ। ਅਤੇ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਇੱਕ ਦੇ ਹੱਥ ਵਿੱਚ ਕਰ ਦਈਏ, ਇੱਕ ਦਾਤੇ ਦੇ ਹੱਥ ਵਿੱਚ, ਨਾ ਕਿ ਬਹੁਤਿਆਂ ਦੇ ਹੱਥ ਵਿੱਚ, ਨਾ ਕਿਸੇ ਲੱਖਾਂ ਵਾਲੇ ਦੇ, ਨਾ ਕਿਸੇ ਕਬਰਾਂ ਵਾਲੇ ਦੇ। ਜ਼ਿੰਦਗੀ ਜਿਉਣੀ ਹੈ ਤਾਂ ਆਨੰਦਮਈ ਜਿਉਵੋ, ਉਹ ਵੀ ਸੱਚ ਵਾਲੇ ਰਾਹ 'ਤੇ, ਹੋਰ ਕੋਈ ਵੀ ਨਹੀਂ। ਅਤੇ ਅੱਜ ਦੇ ਪਾਵਨ ਉਪਦੇਸ਼ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਗੱਲ ਕਰਦੇ ਨੇ। ਆਪਾਂ ਸਮਝ ਰਹੇ ਸਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਸੱਚ ਦੇ ਮਾਰਗ 'ਤੇ ਚੱਲਣਾ, ਸੱਚ ਵਾਲੇ ਰਾਹ 'ਤੇ ਚੱਲਣਾ, ਕਿ ਆਹ ਰਾਹ ਹੈ ਜਿਹੜਾ ਕਿਵੇਂ ਤੂੰ ਜਿਉ ਸਕਦਾ ਹੈ। ਆਵੋ, ਗੁਰੂ ਅਮਰਦਾਸ ਪਾਤਸ਼ਾਹ ਅਨੇਕਾਂ ਥਾਵਾਂ 'ਤੇ ਆਵਾਜ਼ਾਂ ਮਾਰਦੇ ਨੇ। ਅੱਜ ਵੀ ਜਿਹੜਾ ਉਪਦੇਸ਼ ਹੈ, ਸਤਿਗੁਰੂ ਜੀ ਕਹਿੰਦੇ ਆਵੋ ਸੰਤ ਪਿਆਰਿਓ, ਅਕਥ ਕੀ ਕਰਾਂ ਕਹਾਣੀ। ਆਵੋ, ਅਤੇ ਆ ਕੇ ਕਰੀਏ ਕੀ? ਆ ਕੇ ਮੁੜ ਜਾਣਾ ਨਹੀਂ ਹੈ, ਆ ਕੇ ਸਿਰਫ ਮੱਥਾ ਟੇਕ ਕੇ ਬਹਿ ਕੇ ਪ੍ਰਸ਼ਾਦ ਲੈ ਕੇ ਮੁੜ ਜਾਣਾ ਨਹੀਂ ਹੈ। ਸਤਿਗੁਰੂ ਜੀ ਅੱਗੇ ਦੀ ਗੱਲ ਵੀ ਦੱਸਦੇ ਨੇ, ਆਉਣਾ ਵੀ ਸੀਮਤ ਨਹੀਂ ਹੈ, ਆਉਣ ਤੱਕ ਸੀਮਤ ਨਹੀਂ ਰਹਿਣਾ। ਆਉਣਾ ਵੀ ਜ਼ਰੂਰ ਹੈ, ਪਰ ਆ ਕੇ ਵੇਖ, ਇਹ ਤੇ ਉਪਦੇਸ਼ ਤੈਨੂੰ ਮਿਲ ਕੀ ਰਿਹਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਿਰਫ ਮੱਥਾ ਟੇਕਣ ਵਾਸਤੇ ਨਹੀਂ ਹੈ, ਸਿਰਫ ਰੁਮਾਲੇ ਚੜਾਉਣ ਵਾਸਤੇ ਨਹੀਂ ਹੈ, ਇਹ ਸਿੱਖਿਆ ਲੈਣ ਵਾਸਤੇ ਹੈ, ਇਹ ਪੜ੍ਹਨ ਵਾਸਤੇ ਹੈ। ਸਹਿਜ ਪਾਠ ਕਰ ਲੈਣਾ, ਅਖੰਡ ਪਾਠ ਕਰ ਲੈਣਾ, ਇਹ ਸਿਰਫ ਪਾਠ ਚੱਲਦਾ ਰਹੇ, ਪੜ੍ਹਦੇ ਰਹੀਏ, ਸਿਰਫ ਉਹਦੇ ਵਾਸਤੇ ਨਹੀਂ ਹੈ, ਉਹਨੂੰ ਸੁਣ ਕੇ ਸਮਝਣ ਵਾਸਤੇ ਹੈ ਗੁਰਬਾਣੀ। ਸਹਿਜ ਪਾਠ ਦਾ ਮਤਲਬ ਵੀ ਇਹ ਹੈ ਕਿ ਭਾਈ ਸਹਿਜ ਕੇ ਬੈਠ ਕੇ ਵਿਚਾਰਿਆ ਜਾਵੇ, ਮਤਲਬ ਵੀ ਇਹ ਹੈ। ਸਿਰਫ ਪਾਠ ਜਿੱਦਾਂ ਆਪਾਂ ਕਹਿ ਦਈਏ ਅੱਖਾਂ ਰਾਹੀਂ ਕੱਢਣਾ, ਜ਼ੁਬਾਨ ਨੇ ਬੋਲੀ ਜਾਣਾ, ਇੱਥੋਂ ਤੱਕ ਸੀਮਤ ਨਹੀਂ। ਸਤਿਗੁਰੂ ਜੀ ਕਹਿੰਦੇ ਆਵੋ, ਆਵੋ ਸੰਤ ਪਿਆਰਿਓ।
ਤੇ ਕਰੀਏ ਕਿ ਅਕੱਥ ਕੀ ਕਰਾਂ ਕਹਾਣੀ, ਨਾਲੇ ਅਕੱਥ ਕਹਿ ਦਿੱਤਾ ਨਾਲੇ ਉਹਦੀਆਂ ਬਾਤਾਂ ਪਾਈਏ। ਅਕੱਥ ਮਤਲਬ ਜਿਹੜਾ ਕਿਹਾ ਨਾ ਜਾਂਦਾ ਹੋਵੇ। ਇੱਕ ਕਥਨ ਹੁੰਦਾ ਹੈ ਕੱਥ, ਜਿਹਦੇ ਬਾਰੇ ਦੱਸਿਆ ਜਾ ਸਕਦਾ ਕਿ ਆਹ ਐਡੀ ਚੀਜ਼ ਹੈ, ਆਹ ਇਹਦੇ ਬਾਰੇ ਹੈ, ਆਹ ਚੀਜ਼ ਦਾ ਦਾਇਰਾ ਇੰਨਾ ਕੁ ਹੈ, ਜਿਹਦੇ ਬਾਰੇ ਬਹੁਤ ਕੁਝ ਸਮਝਾਇਆ ਜਾ ਸਕਦਾ ਹੋਵੇ। ਪਰ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਅਕੱਥ ਹੈ, ਜਿਹਦੇ ਸਿਫਤ ਸਲਾਹ ਕਹੀ ਨਹੀਂ ਜਾ ਸਕਦੀ, ਜਿਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਉਸ ਅਕੱਥ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਸਿਫਤ ਸਲਾਹ ਕਰੀਏ। ਉਹਦੇ ਆ ਕੇ ਉਹਦੇ ਬਾਰੇ ਤੁਸੀਂ ਕੁਝ ਦੱਸ ਨਹੀਂ ਸਕਦੇ। ਉਹ ਕਦੋਂ ਜਨਮਿਆ, ਕਿੱਥੇ ਪੈਦਾ ਹੋਇਆ, ਕਿਹਦੇ ਮਾਂ ਬਾਪ ਨੇ ਉਹਦੇ, ਕਿੱਥੇ ਰਹਿੰਦਾ ਹੈ, ਕਦੇ ਵੀ ਤੁਸੀਂ ਉਹਦੀ ਸਿਫਤ ਸਲਾਹ ਇਵੇਂ ਦੀ ਕਰ ਹੀ ਨਹੀਂ ਸਕਦੇ, ਕਦੇ ਵੀ ਉਹਦੇ ਬਾਰੇ ਦੱਸ ਨਹੀਂ ਸਕਦੇ। ਅਕੱਥ ਹੈ, ਕਿੱਥੇ ਰਹਿੰਦਾ ਹੈ, ਕਿਹੋ ਜਿਹਾ ਹੈ, ਕਿਹੋ ਜਿਹਾ ਰੂਪ ਹੈ, ਕਦੇ ਵੀ ਨਹੀਂ ਦੱਸ ਸਕਦੇ। ਸਤਿਗੁਰੂ ਜੀ ਕਹਿੰਦੇ ਜਿਹੜਾ ਇਹ ਅਕੱਥ ਹੈ ਨਾ, ਅਸਲ ਦੇ ਵਿੱਚ ਪਰਮਾਤਮਾ ਉਹੀ ਹੈ ਜਿਹੜਾ ਅਕੱਥ ਹੈ, ਜਿਹਦੇ ਬਾਰੇ ਕੁਝ ਆਖਿਆ ਹੀ ਨਹੀਂ ਜਾ ਸਕਦਾ, ਜਿਹਦਾ ਨਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਜਿਹਦਾ ਨਾ ਆਕਾਰ ਹੈ, ਜਿਹਦੀ ਨਾ ਕੋਈ ਇਮਾਰਤ ਹੈ, ਨਾ ਕੋਈ ਸੋਹਣਾ ਮਹਿਲ ਹੈ। ਉਹ ਪਰਮਾਤਮਾ ਅਸਲ ਦੇ ਵਿੱਚ ਜਿਹੜਾ ਘਟ ਘਟ ਵਸਿਆ ਹੋਇਆ ਉਹ ਅਕੱਥ ਹੈ, ਜਿਹਦੀ ਸਿਫਤ ਸਲਾਹ ਕਹੀ ਨਹੀਂ ਜਾ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਆਵੋ ਸੰਤ ਪਿਆਰਿਓ, ਉਸ ਅਕੱਥ ਪਰਮਾਤਮਾ ਦੀ ਜਿਹੜਾ ਦੀ ਕਹੀ ਨਹੀਂ ਜਾ ਸਕਦੀ ਉਹਦੀ ਸਿਫਤ ਸਲਾਹ ਕਰੀਏ, ਕਿਉਂਕਿ ਉਹਦੀ ਸਿਫਤ ਸਲਾਹ ਦਾ ਕੋਈ ਅੰਤ ਨਹੀਂ ਹੈ, ਉਹਦੀ ਸਿਫਤ ਸਲਾਹ ਦਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਵੀ ਗੱਲ ਕਰਦੇ ਨੇ ਕਿ ਭਾਈ ਉਹ ਜਿਹੜਾ ਪਰਮਾਤਮਾ ਹੈ ਉਹ ਨਾ ਤਾਂ ਗਿਣਤੀਆਂ ਮਿਣਤੀਆਂ ਵਿੱਚ ਆਉਂਦਾ ਹੈ, ਨਾ ਕੋਈ ਉਹਦਾ ਮੁੱਲ ਹੈ, ਨਾ ਕੋਈ ਆਕਾਰ ਹੈ, ਉਹਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਕਿ ਰੱਬ ਦਾ ਕੋਈ ਮੁੱਲ ਪਾ ਸਕੀਏ, ਨਾ ਉਹ ਗਿਣਤੀਆਂ ਮਿਣਤੀਆਂ ਵਿੱਚ ਆਉਂਦਾ ਹੈ। ਤੇ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਪਰ ਇੱਥੇ ਦੁਨੀਆ ਦੇ ਵਿੱਚ ਸਤਿਗੁਰੂ ਜੀ ਨੇ ਇਹ ਭੁਲੇਖਾ ਹੀ ਦੂਰ ਕੀਤਾ ਸੀ। ਦੁਨੀਆ ਦੇ ਵਿੱਚ ਉਸ ਪਰਮਾਤਮਾ ਨੂੰ ਲੋਕਾਂ ਨੇ ਪੈਸਿਆਂ ਬਦਲੇ ਵੇਚਿਆ, ਮੂਰਤੀਆਂ ਬਣਾ ਕੇ ਵੇਚ ਦਿੱਤੀਆਂ, ਫੋਟੋਆਂ ਬਣਾ ਕੇ ਵੇਚੀਆਂ। ਹੁਣ ਮੂਰਤੀ ਲੈਣੀ ਹੋਵੇ ਅਗਲਾ ਜਾ ਕੇ ਕੀ ਕਹਿੰਦਾ ਹੈ ਕਿ ਮੈਨੂੰ ਰੱਬ ਦੇ ਦੇਵੋ। ਹੁਣ ਮੂਰਤੀ ਹੈ ਜਿਹੜੀ ਉਹਨੂੰ ਰੱਬ ਮੰਨਦੇ ਨੇ ਲੋਕ, ਅਤੇ ਉਹ ਪੈਸਿਆਂ ਵੱਟੇ ਦਿੰਦੇ ਨੇ, 20 50 100 ਰੁਪਏ ਦੇ ਵਿੱਚ ਵੰਡੀ ਜਾਂਦੇ ਨੇ। ਹੁਣ ਸਤਿਗੁਰੂ ਜੀ ਨੇ ਇਹੀ ਭੁਲੇਖਾ ਦੂਰ ਕੀਤਾ ਸੀ ਕਿ ਭਾਈ ਜਿਹੜਾ ਉਹ ਪਰਮਾਤਮਾ ਹੈ ਉਹ ਅਮੁੱਲ ਹੈ, ਉਹਦੀ ਤਾਂ ਕੋਈ ਮੁੱਲ ਹੀ ਨਹੀਂ, ਉਹਦੀ ਤਾਂ ਕੋਈ ਕੀਮਤ ਹੀ ਨਹੀਂ, ਨਾ ਉਹ ਕਿਸੇ ਆਕਾਰ ਦੇ ਵਿੱਚ ਹੈ, ਨਾ ਉਹਨੂੰ ਬਣਾਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਆਪਣੇ ਆਪ ਤੋਂ ਹੈ ਰਹਿੰਦਾ, ਸੰਸਾਰ ਦੇ ਵਿੱਚ ਵੀ ਉਹ ਵੱਖਰਾ ਹੈ, ਅੰਜਨ ਮਾਹੇ ਨਿਰੰਜਨ ਹੈ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਵੀ ਵੱਖਰਾ ਹੈ, ਉਹ ਮਾਇਆ ਦੇ ਪ੍ਰਭਾਵ ਹੇਠ ਨਹੀਂ ਹੈ, ਰਹਿੰਦਾ ਸੰਸਾਰ ਵਿੱਚ ਹੀ ਹੈ। ਪਰ ਬੰਦੇ 'ਤੇ ਪ੍ਰਭਾਵ ਪੈ ਸਕਦਾ ਹੈ, ਮਾਇਆ 'ਤੇ ਪਰਮਾਤਮਾ 'ਤੇ ਨਹੀਂ ਪੈਂਦਾ, ਪਰਮਾਤਮਾ 'ਤੇ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਅਕਾਲ ਪੁਰਖ ਹੈ ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਬਹੁਤੇ ਲੋਕ ਗੱਲਾਂ ਕਰਦੇ ਨੇ ਜਿਹਨੂੰ ਇੱਥੋਂ ਤੱਕ ਸੀਮਤ ਰੱਖਦੇ ਨੇ ਕਿ ਰੱਬ ਹੈ ਜਿਹੜਾ ਕਿਸੇ ਦੇ ਘਰ ਪੈਦਾ ਹੋਇਆ, ਰੱਬ ਦਾ ਆਹ ਰੂਪ ਸੀ, ਜਿਹੜੇ ਬੰਦੇ ਨੂੰ ਰੱਬ ਬਣਾ ਕੇ ਪੇਸ਼ ਕਰਦੇ ਨੇ। ਸਤਿਗੁਰੂ ਜੀ ਉਹਦੀ ਗੱਲ ਕਰਦੇ ਨੇ ਕਿ ਜਿਹੜਾ ਰੱਬ ਹੈ ਉਹ ਤਾਂ ਕਿਸੇ ਆਕਾਰ ਵਿੱਚ ਹੀ ਨਹੀਂ, ਉਹ ਨਾ ਤਾਂ ਕਿਸੇ ਦੇ ਪੇਟੋਂ ਜਨਮ ਲੈਂਦਾ ਹੈ, ਨਾ ਉਹਦਾ ਕੋਈ ਬਾਪ ਹੈ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਆ ਨਾ, ਕਿਹਾ ਜਾਂਦਾ ਹੈ ਕਿ ਨੰਦ ਦੇ ਘਰੇ ਜਿਹੜਾ ਪਰਮਾਤਮਾ ਨੇ ਜਨਮ ਲਿਆ, ਜਿਹਨੂੰ ਕ੍ਰਿਸ਼ਨ ਦਾ ਨਾਮ ਦਿੱਤਾ ਜਾਂਦਾ ਹੈ, ਕਿ ਨੰਦ ਦੇ ਘਰੇ ਪੈਦਾ ਹੋਇਆ। ਅਤੇ ਸਤਿਗੁਰੂ ਜੀ ਗੱਲ ਕਰਦੇ ਨੇ ਪਾਵਨ ਗੁਰਬਾਣੀ ਦੇ ਵਿੱਚ, ਕਹਿੰਦੇ ਨੇ ਭਾਈ ਜੇ ਤੁਸੀਂ ਕਹਿੰਦੇ ਹੋ ਕਿ ਨੰਦ ਦੇ ਘਰੇ ਰੱਬ ਪੈਦਾ ਹੋਇਆ, ਅਤੇ ਨੰਦ ਵੀ ਤਾਂ ਕਿਸੇ ਦੇ ਅੱਗੋਂ ਪੈਦਾ ਹੋਇਆ ਸੀ, ਨੰਦ ਦਾ ਬਾਪ ਸੀ, ਜਿਹੜਾ ਨੰਦ ਦਾ ਵੀ ਕੋਈ ਬਾਪ ਸੀ, ਪਰ ਪਰਮਾਤਮਾ ਤਾਂ ਕਿਸੇ ਤੋਂ ਪੈਦਾ ਹੋਣ ਵਾਲਾ ਨਹੀਂ ਹੈ, ਕਿਸੇ ਤੋਂ ਪੈਦਾ ਨਹੀਂ ਹੁੰਦਾ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਕੋ ਰੇ। ਕਹਿੰਦੇ ਉਹ ਪਰਮਾਤਮਾ ਤਾਂ ਜਿਹੜਾ ਹੈ ਕਿਸੇ ਦੇ ਪੇਟੋਂ ਕਿਸੇ ਵੀ ਆਕਾਰ 'ਚ ਪੈਦਾ ਹੋਣ ਵਾਲਾ ਨਹੀਂ, ਉਹ ਤਾਂ ਸਰਬ ਵਿਆਪਕ ਹੈ। ਜਦੋਂ ਸਾਰਾ ਕੁਝ ਬਣਿਆ ਹੀ ਨਹੀਂ ਸੀ, ਉਹ ਪਰਮਾਤਮਾ ਤਾਂ ਉਦੋਂ ਵੀ ਵਸਦਾ ਸੀ, ਉਦੋਂ ਵੀ ਸੀ, ਉਹ ਤਾਂ ਉਹ ਹੈ, ਪਰ ਜਿਹੜਾ ਹੈ ਉਹਨੂੰ ਵੇਖਿਆ ਨਹੀਂ ਜਾ ਸਕਦਾ, ਉਹਨੂੰ ਟੱਚ ਨਹੀਂ ਕੀਤਾ ਜਾ ਸਕਦਾ, ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ, ਉਹਨੂੰ ਫੜਿਆ ਨਹੀਂ ਜਾ ਸਕਦਾ, ਉਹਨੂੰ ਕਿਸੇ ਮੂਰਤ ਦੇ ਵਿੱਚ ਰੱਖਿਆ ਨਹੀਂ ਜਾ ਸਕਦਾ, ਉਹਦਾ ਆਕਾਰ ਕੋਈ ਨਹੀਂ ਬਣਾਇਆ ਜਾ ਸਕਦਾ, ਜਾਂ ਕੋਈ ਫੋਟੋ ਬਣਾ ਕੇ ਕਹਿ ਦੇਵੇ ਕਿ ਰੱਬ ਇਹੋ ਜਿਹਾ ਨਹੀਂ। ਸਤਿਗੁਰੂ ਜੀ ਇਹਨਾਂ ਗੱਲਾਂ ਤੋਂ ਸਾਨੂੰ ਦੂਰ ਕਰਦੇ ਨੇ। ਥਾਪਿਆ ਨਾ ਜਾਏ,
ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਤੇ ਸਤਿਗੁਰੂ ਜੀ ਕਹਿੰਦੇ ਜਿਨ ਸੇਵਿਆ, ਜਿਹਨੇ ਉਹਨੂੰ ਆਰਾਧਿਆ ਹੈ, ਨਾ ਕਿ ਉਹਨੂੰ ਬਣਾਇਆ ਹੈ, ਨਾ ਉਹਨੂੰ ਪੂਜਿਆ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਆ ਗੁਣੀ ਨਿਧਾਨ। ਉਸ ਗੁਣੀ ਨਿਧਾਨ ਪ੍ਰਮਾਤਮਾ ਨੂੰ ਗਾਉਣਾ ਚਾਹੀਦਾ ਏ। ਅਤੇ ਸਤਿਗੁਰੂ ਜੀ ਜਦੋਂ ਗੱਲ ਕਰਦੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਨੂੰ ਗਿਣਤੀਆਂ ਮਿਣਤੀਆਂ ਵਿੱਚ ਲੈ ਕੇ ਆਉਂਦੇ ਨੇ ਕਿ ਇੰਨੇ ਪਾਠ ਕਰ ਕਰਕੇ ਕਿਤੇ ਰੱਬ ਮਿਲ ਸਕਦਾ ਹੈ, ਕਿਤੇ ਸੁੱਖ ਆ ਸਕਦਾ ਹੈ, ਕਦੇ ਵੀ ਨਹੀਂ। ਨਾ ਉਹਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਕਦੇ ਵੀ ਉਹ ਪ੍ਰਮਾਤਮਾ ਵੱਸ ਵਿੱਚ ਨਹੀਂ ਆ ਸਕਦਾ, ਨਾ ਹੀ ਉਹ ਪ੍ਰਮਾਤਮਾ ਮਿਲ ਸਕਦਾ ਹੈ। ਸਤਿਗੁਰੂ ਜੀ ਤਾਂ ਇੱਥੋਂ ਤੱਕ ਗੱਲ ਕਰਦੇ ਨੇ, ਜੇ ਕੋ ਆਖੈ ਬੋਲ ਵਿਗਾੜ। ਸਤਿਗੁਰੂ ਜੀ ਕਹਿੰਦੇ ਜਿਹੜੇ ਬੋਲ ਵਿਗਾੜ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਸ ਪ੍ਰਮਾਤਮਾ ਬਾਰੇ, ਜੇ ਕੋ ਆਖੈ ਬੋਲ ਵਿਗਾੜ, ਨਾਨਕ ਲਿਖੇ ਸਿਰ ਗਾਵਾਰਾਂ ਗਾਵਾਰ। ਉਹ ਮੂਰਖਾਂ ਦੇ ਮੂਰਖ ਨੇ ਜਿਹੜੇ ਉਸ ਰੱਬ ਦਾ ਅੰਤ ਪਾਉਣ ਲਈ ਤੁਰੇ ਹੋਏ ਨੇ, ਜਿਹੜੇ ਫੈਸਲਾ ਕਰਦੇ ਨੇ ਕਿ ਰੱਬ ਇੱਥੋਂ ਤੱਕ। ਆਹ ਗੱਲਾਂ ਤੋਂ ਸਤਿਗੁਰੂ ਜੀ ਨੇ ਕੱਢੇ। ਹੁਣ ਆਪਾਂ ਕਿਵੇਂ ਮੰਨ ਲਈਏ ਕਿ ਰੱਬ ਕਿਸੇ ਕਬਰ ਦੇ ਵਿੱਚ ਰਹਿੰਦਾ ਹੈ? ਕਿਵੇਂ ਮੰਨ ਲਈਏ ਕਿ ਰੱਬ ਕਿਸੇ ਦਰਖਤ ਵਿੱਚ ਰਹਿੰਦਾ ਹੈ? ਕਿਵੇਂ ਮੰਨ ਲਈਏ ਕਿ ਰੱਬ ਕਿਸੇ ਇਮਾਰਤ ਵਿੱਚ ਰਹਿੰਦਾ ਹੈ? ਕਿਵੇਂ ਮੰਨ ਲਈਏ ਕਿ ਰੱਬ ਕਿਸੇ ਮੂਰਤ ਵਿੱਚ ਰਹਿੰਦਾ ਹੈ, ਕਿਸੇ ਬੰਦੇ ਵਿੱਚ ਰਹਿੰਦਾ ਹੈ? ਕਦੇ ਵੀ ਇੱਕ ਦਾ ਫੈਸਲਾ ਕਰ ਹੀ ਨਹੀਂ ਸਕਦੇ, ਕਿਤੇ ਇੱਕ ਹੈ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਇੱਕ ਹੁੰਦਾ ਹੋਇਆ ਵੀ ਸਰਬ ਵਿਆਪਕ ਹੈ। ਇੱਕ ਓਅੰਕਾਰ ਦਾ ਅਰਥ ਹੀ ਇਹ ਹੈ ਵੀ ਇੱਕ, ਪਰ ਰਹਿੰਦਾ ਵੀ ਸਾਰੇ ਪਾਸੇ ਹੈ, ਘਟ ਘਟ ਦੇ ਵਿੱਚ ਰਹਿੰਦਾ ਹੈ। ਬਹੁਤਾ ਵੀ ਨਹੀਂ ਕਹਿ ਸਕਦੇ ਕਿ ਵੱਖਰਾ ਹੈ ਰੱਬ, ਵੱਖਰਾ ਹੈ, ਨਹੀਂ। ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਉਹ ਹੈ ਵੀ ਇੱਕ, ਰਹਿੰਦਾ ਵੀ ਹਰੇਕ ਥਾਂ 'ਤੇ। ਹਾਂ, ਸਭ ਤੋਂ ਵੱਡਾ ਗੁਣ ਉਹਦਾ ਪ੍ਰਮਾਤਮਾ ਦਾ ਇਹ ਹੈ, ਇੱਕ ਹੁੰਦਾ ਹੋਇਆ ਵੀ ਸਰਬ ਵਿਆਪਕ ਹੈ, ਉਹ ਸਰਬ ਵਿਆਪਕ ਹੈ। ਅਤੇ ਸਤਿਗੁਰੂ ਜੀ ਜਦੋਂ ਗੱਲ ਕਰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ। ਉਸ ਅਕਥ ਪ੍ਰਮਾਤਮਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੀ ਸਿਫਤ ਸਲਾਹ ਦਾ ਕੋਈ ਅੰਤ ਨਹੀਂ, ਜਿਹਦੇ ਗੁਣਾਂ ਦਾ ਅੰਤ ਨਹੀਂ, ਉਸ ਅਕਥ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ, ਉਹਦੀਆਂ ਬਾਤਾਂ ਪਾਈਏ, ਉਹਦੀਆਂ ਕਹਾਣੀਆਂ ਸੁਣਾਈਏ, ਉਹਦੀ ਵਿਚਾਰ ਕਰੀਏ। ਇਹ ਹੈ ਗੁਰਦੁਆਰੇ ਆਉਣ ਦਾ ਮਕਸਦ। ਆਓ ਪੜ੍ਹ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ। ਜ਼ਿੰਦਗੀ ਦੇ ਵਿੱਚ ਸਿਫਤ ਸਲਾਹ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਅਤੇ ਸਤਿਗੁਰੂ ਜੀ ਕਹਿੰਦੇ ਉਸ ਪ੍ਰਭੂ ਦੀਆਂ ਬਾਤਾਂ ਪਾਈਏ, ਸੁਣੀਏ ਅਤੇ ਸੁਣਾਈਏ, ਜਿਸ ਦੇ ਗੁਣ ਬਿਆਨ ਤੋਂ ਪਰੇ ਨੇ, ਜਿਹਦੇ ਗੁਣ ਆਖੇ ਨਹੀਂ ਜਾ ਸਕਦੇ। ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਪਰ ਕਹਿੰਦੇ ਜੇ ਤੁਸੀਂ ਪੁੱਛੋ ਕਿ ਉਹ ਪਰਮਾਤਮਾ ਕਿਸ ਤਰੀਕੇ ਨਾਲ ਮਿਲਦਾ ਹੈ, ਕਿਤ ਦੁਆਰਾ ਪਾਈ ਹੈ, ਕਿਹੜੇ ਤਰੀਕੇ ਦੇ ਨਾਲ ਮਿਲਦਾ ਹੈ। ਹੁਣ ਬਾਤਾਂ ਤਾਂ ਪਾ ਰਹੇ ਹਾਂ, ਮਿਲਣਾ ਵੀ ਜ਼ਰੂਰੀ ਹੈ। ਕਿ ਮਿਲੀਏ ਕਿਵੇਂ? ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਨਾ ਤਾਂ ਉਹਦਾ ਆਕਾਰ ਹੈ, ਨਾ ਰੂਪ ਹੈ, ਪਰ ਸਤਿਗੁਰੂ ਜੀ ਮਿਲਣ ਦੀ ਗੱਲ ਕਰਦੇ ਜ਼ਰੂਰ ਨੇ ਕਿ ਮਿਲਿਆ ਜਾ ਸਕਦਾ ਹੈ। ਮਿਲੋ ਜ਼ਰੂਰ, ਪਰ ਅੱਗੇ ਸਤਿਗੁਰੂ ਜੀ ਦੱਸਦੇ ਨੇ ਕਿ ਮਿਲਣ ਦਾ ਰਸਤਾ ਤੁਹਾਨੂੰ ਦੱਸਦੇ ਆ, ਮਿਲਦਾ ਸਾਧਨ ਕੀ ਹੈ। ਤੈਨੂੰ ਆਉਣਾ ਪਵੇਗਾ, ਸਿਰਫ ਸਰੀਰ ਕਰਕੇ ਕਦੇ ਨਹੀਂ। ਸਤਿਗੁਰੂ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਆਹ ਰਸਤਾ ਹੈ ਉਸ ਪ੍ਰਮਾਤਮਾ ਨੂੰ ਮਿਲਣ ਦਾ, ਜਿੱਥੇ ਤਨ ਜੋੜਦੇ ਹੋ ਮਨ ਵੀ ਜੋੜੋ। ਤਨ ਮਨ ਧਨ ਸਭ ਸੌਂਪ ਗੁਰ ਕੋ, ਸੌਂਪ ਦੇਵੋ, ਗੁਰੂ ਨੂੰ ਸੌਂਪ ਦੇਵੋ। ਗੁਰੂ ਨੇ ਫਿਰ ਤੁਹਾਨੂੰ ਰੱਬ ਦੇ ਨਾਲ ਮਿਲਾਉਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ। ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ, ਮਨ ਜਦੋਂ ਗੁਰੂ ਦੇ ਦਰ 'ਤੇ ਆ ਗਿਆ, ਤਨ ਨੇ ਵੀ ਆ ਜਾਣਾ ਹੈ। ਫਿਰ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ, ਹੁਕਮ ਮੰਨਿਆ, ਹੁਕਮ ਮੰਨ ਕੇ ਫਿਰ ਪਾਈਐ, ਪਾਇਆ ਜਾ ਸਕਦਾ। ਆਹ ਰਾਹ ਸਤਿਗੁਰੂ ਜੀ ਦੱਸਦੇ ਨੇ, ਆਹ ਰਸਤਾ ਹੈ। ਮਨ ਵੇਚਣਾ ਪੈਣਾ ਹੈ, ਸਤਿਗੁਰੂ ਕੋਲ ਮਨ ਦੇਣਾ ਪੈਣਾ ਹੈ, ਫਿਰ ਕਿਤੇ ਰੱਬ ਦੇ ਨਾਲ ਮਿਲਿਆ ਜਾ ਸਕਦਾ ਹੈ। ਕਿਉਂਕਿ ਮਨ ਦੇਣ ਦਾ ਭਾਵ ਇਹ ਹੈ, ਇਹ ਨਹੀਂ ਕਿ ਸਰੀਰ ਵਿੱਚੋਂ ਕੱਢ ਕੇ ਦਿਮਾਗ ਰੱਖ ਦਈਏ ਗੁਰੂ, ਨਹੀਂ। ਮਨ ਦਾ ਭਾਵ ਇਹ ਹੈ ਆਪਣੇ ਵਿਚਾਰ। ਮਨ ਹੈ ਕਿ ਵਿਚਾਰਾਂ ਦਾ ਸੰਗ੍ਰਹਿ ਹੀ ਮਨ ਹੈ ਨਾ, ਵਿਚਾਰਾਂ ਨੂੰ ਹੀ ਮਨ ਕਿਹਾ ਜਾ ਸਕਦਾ ਹੈ। ਆਪਣੇ ਵਿਚਾਰ ਜਿਹੜੇ ਨੇ ਗੁਰੂ ਨੂੰ ਦੇਣੇ ਨੇ।
ਆਪਣੇ ਵਿਚਾਰ, ਆਪਣੀ ਮੱਤ ਬੁੱਧ ਗੁਰੂ ਨੂੰ ਦੇ। ਗੁਰੂ ਨੇ ਫਿਰ ਉਹਦੇ ਵਿੱਚ ਸੋਹਣੀ ਸੋਹਣੀ ਵਿਚਾਰਧਾਰਾ ਭਰ ਦੇਣੀ ਹੈ। ਭਾਵ ਇਹ ਹੈ ਕਿ ਜਿਹੜਾ ਗੁਰੂ ਉਪਦੇਸ਼ ਦੇ ਰਿਹਾ ਹੈ ਆਪਣੀ ਸੁਰਤ ਵਿੱਚ ਧਾਰਨ ਕਰਦਾ ਜਾ, ਉਹ ਰਾਹ ਤੈਨੂੰ ਸੱਚ ਵਾਲੇ ਪਾਸੇ ਲੈ ਜਾਵੇਗਾ, ਰੱਬ ਵਾਲੇ ਪਾਸੇ। ਅਤੇ ਸਭ ਤੋਂ ਪਹਿਲ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਦਾ ਗੱਲ ਕਰਦੀ ਹੈ, ਇੱਕ ਦਾ ਉਪਦੇਸ਼ ਦਿੰਦੀ ਹੈ ਕਿ ਆ ਕੇ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਇੱਕ ਹੋਣ ਦਾ ਹੈ। ਇੱਕ ਹੋ, ਆਪਣੀ ਸੁਰਤ ਵਿੱਚ ਇੱਕ ਦਾ ਵਾਸ ਕਰ, ਇੱਕ ਨੂੰ ਮਨ ਸਭ ਤੋਂ ਪਹਿਲ ਦਿੱਤਾ, ਇੱਕ 'ਤੇ ਖੜ ਆ ਕੇ ਬਾਕੀ ਦਾ ਰਾਹ ਹੈ ਜਿਹੜਾ ਉਹ ਅੱਗੇ ਗੁਰੂ ਦੱਸੇਗਾ। ਪਹਿਲਾਂ ਇੱਕ 'ਤੇ ਆ ਜਿਹੜਾ ਉਹ ਸਰਬ ਵਿਆਪਕ ਹੈ, ਸਾਰਾ ਕੁਝ ਛੱਡ ਛਡਾ ਕੇ ਇੱਕ ਦੇ ਦਰ 'ਤੇ ਆ ਜਾ, ਇੱਕ ਨੂੰ ਵਿਚਾਰ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਅਤੇ ਅੱਗੇ ਸਤਿਗੁਰੂ ਜੀ ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ। ਅਤੇ ਹੁਕਮ ਮੰਨੋ ਵੀ ਕਿਹਦਾ? ਗੁਰੂ ਦਾ, ਜਿਹੜਾ ਗੁਰੂ ਦਿੰਦਾ ਹੈ ਹੁਕਮ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿੰਦੇ ਹੁਕਮ ਮੰਨੋ ਭਾਵ ਗੁਰੂ ਦੇ ਹੁਕਮ 'ਤੇ ਤੁਰੋ, ਗੁਰੂ ਦੇ ਉਪਦੇਸ਼ 'ਤੇ ਤੁਰੋ। ਮੰਨਣਾ ਭਾਵ ਤੁਰਨਾ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਜਿਹੜਾ ਹੁਕਮ ਉਹਨੇ ਦੱਸਿਆ ਉਹਨੂੰ ਗਾਵੋ। ਗਾਵੋ ਭਾਵ ਜ਼ੁਬਾਨ ਤੋਂ ਨਹੀਂ, ਜ਼ਿੰਦਗੀ ਵਿੱਚ ਜਿਉਣਾ ਹੀ ਅਸਲ ਗਾਉਣਾ ਹੈ। ਸਿਫਤ ਸਲਾਹ ਰੱਬੀ ਗੁਣਾਂ ਨੂੰ ਜਿਉਣਾ ਹੀ ਉਸ ਪ੍ਰਮਾਤਮਾ ਨੂੰ ਧਿਆਉਣਾ ਹੁੰਦਾ, ਉਸ ਰੱਬ ਨੂੰ ਆਰਾਧਨਾ ਹੁੰਦਾ ਹੈ। ਜੇ ਜ਼ਿੰਦਗੀ ਵਿੱਚ ਜਿਉਂ ਰਹੇ ਹਾਂ ਇਹੀ ਰੱਬ ਨੂੰ ਗਾਉਣਾ ਹੈ। ਸਤਿਗੁਰੂ ਜੀ ਕਹਿੰਦੇ ਤੂੰ ਦਿਨ ਰਾਤ 8 ਪਹਿਰ ਉਸ ਨੂੰ ਗਾ। ਆਹ ਤਰੀਕੇ ਦੇ ਨਾਲ ਗਾਇਆ ਜਾ ਸਕਦਾ ਹੈ ਕਿ ਹਰੇਕ ਕੰਮ ਕਰਨਾ ਹੈ ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ, ਸੱਚ ਦੇ ਨਾਲ ਕਰ। ਇਹੀ ਰੱਬ ਨੂੰ ਜਿਉਣਾ ਹੈ, ਇਹੀ ਰੱਬ ਨੂੰ ਆਰਾਧਨਾ ਹੈ। ਸਤਿਗੁਰੂ ਜੀ 8 ਪਹਿਰ ਦੀ ਗੱਲ ਕਰਦੇ ਨੇ, ਨਾ ਕਿ ਅਸੀਂ ਸਿਰਫ ਆਹ ਜ਼ੁਬਾਨ ਤੋਂ ਜਿਹੜੀ ਹੱਡ ਜੰਮਦੀ ਹੈ ਇਹ ਤੋਂ ਕਿਤੇ ਆਪਾਂ ਸਿਫਤ ਸਲਾਹ ਕਰ ਸਕਦੇ ਹਾਂ। ਨਹੀਂ, ਸਤਿਗੁਰੂ ਜੀ ਕਹਿੰਦੇ ਤੇਰਾ ਜੀਵਨ ਹੈ ਜਿਹੜਾ ਉਸ ਰੱਬ ਦੀ ਸਿਫਤ ਸਲਾਹ ਕਰਦਾ ਹੋਵੇ, ਤੇਰਾ ਜੀਵਨ ਸਿਫਤ ਸਲਾਹ ਕਰੇ। ਤੇਰੀ ਬੋਲ ਬਾਣੀ ਤੋਂ, ਤੇਰੇ ਕੰਮਾਂ ਤੋਂ ਪਤਾ ਲੱਗੇ ਕਿ ਬੰਦਾ ਰੱਬੀ ਗੁਣਾਂ ਵਾਲਾ ਹੈ, ਰੱਬੀ ਗੁਣਾਂ ਨੂੰ ਜਿਉਂਦਾ ਹੈ, ਰੱਬ ਨੂੰ ਧਿਆਉਂਦਾ ਹੈ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਗੁਰੂ ਦਾ ਜਿਹੜਾ ਸੱਚਾ ਉਪਦੇਸ਼ ਹੈ, ਸੱਚੀ ਬਾਣੀ ਹੈ, ਸੱਚ ਹੈ ਜਿਹੜਾ ਕਦੇ ਮਿਟਣ ਵਾਲਾ ਨਹੀਂ। ਉਸ ਸੋਹਣੀ ਸਿੱਖਿਆ ਨੂੰ ਭਾਵ ਕੀ ਹੈ ਕਿ ਇੱਕ ਹੈ ਜਿਹੜਾ ਇਹ ਸੱਚ ਕਦੇ ਖਤਮ ਹੋਣ ਵਾਲਾ ਨਹੀਂ, ਕਿ ਰੱਬ ਇੱਕ ਹੈ। ਭਾਵੇਂ ਅਨੇਕਾਂ ਬਣਾ ਲਈਏ, ਭਾਵੇਂ 33 ਕਰੋੜ ਬਣਾ ਲਈਏ, ਪਰ ਜਿਹੜਾ ਸੱਚ ਹੈ ਕਿ ਉਹ ਇੱਕੋ ਪਰਮਾਤਮਾ ਹੈ। ਉਹ ਜਿਹੜਾ ਸੱਚਾ ਉਪਦੇਸ਼ ਹੈ ਉਹਨੂੰ ਗਾਵੋ, ਕਿ ਉਹ ਪਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਵੇ, ਉਹਨੂੰ ਗਾਵੋ। ਜੇ ਕੋ ਆਖੈ ਬੋਲ ਵਿਗਾੜ, ਇਸ ਨੂੰ ਗਾਉਣ ਦਾ ਯਤਨ ਕਰੋ। ਅਤੇ ਸਤਿਗੁਰੂ ਜੀ ਗੱਲ ਕਰਦੇ ਨੇ ਭਾਈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵਿਸ, ਇਹਨੂੰ ਗਾਈਏ। ਇਹ ਹੈ ਸੱਚਾ ਉਪਦੇਸ਼, ਇਹ ਹੈ ਸੱਚੀ ਬਾਣੀ, ਇਹਨੂੰ ਵਿਚਾਰੀਏ। ਅਤੇ ਸਾਡੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੀ ਸੱਚੀ ਹੈ। ਇਹਦੇ ਉਪਦੇਸ਼ 'ਤੇ ਚੱਲਣ ਦਾ ਯਤਨ ਕਰੀਏ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਉਸ ਪ੍ਰਮਾਤਮਾ ਦੀ ਅਕਥ ਸਿਫਤ ਸਲਾਹ ਹੈ ਜਿਹੜੀ ਕਹੀ ਨਹੀਂ ਜਾ ਸਕਦੀ। ਉਹਨੂੰ ਆਰਾਧਨ ਦਾ, ਉਹਨੂੰ ਵਿਚਾਰਨ ਦਾ ਯਤਨ ਕਰੀਏ, ਆਪਣੀ ਜ਼ਿੰਦਗੀ ਦੇ ਵਿੱਚ ਕਥਨ ਦਾ ਯਤਨ ਕਰੀਏ, ਤਾਂ ਉਸ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਅਤੇ ਇਹਨੂੰ ਸਤਿਗੁਰੂ ਜੀ ਆਨੰਦ ਦੀ ਅਵਸਥਾ ਕਹਿੰਦੇ ਨੇ। ਆਨੰਦ ਉਦਣ ਆਉਣਾ ਜਿੱਦਣ ਇੱਕ ਨੂੰ ਜਪਣਾ ਸ਼ੁਰੂ ਕਰ ਦਿੱਤਾ। ਬਹੁਤਿਆਂ ਨੂੰ ਜਪਣ ਦਾ ਕੀ ਫਾਇਦਾ? ਕੋਈ ਵੀ ਨਹੀਂ। ਗੱਲ ਤਾਂ ਇੱਥੇ ਹੈ ਕਿ ਇੱਕ ਨੂੰ ਜਪ, ਇੱਕ ਨੂੰ ਆਰਾਧ, ਫਿਰ ਜ਼ਿੰਦਗੀ ਜਿਉਣ ਦਾ ਤਰੀਕਾ, ਜ਼ਿੰਦਗੀ ਜਿਉਣ ਦਾ ਤੈਨੂੰ ਸੁੱਖ ਚੈਨ ਪ੍ਰਾਪਤ ਹੋਵੇਗਾ। ਫਿਰ ਸਵਾਦ ਆਵੇਗਾ ਕਿ ਤੂੰ ਇੱਕ ਨੂੰ ਆਰਾਧੇ। ਬਹੁਤਿਆਂ ਨਾਲ ਤਾਂ ਭੰਬਲ ਭੂਸੇ ਹੀ ਖੜੇ ਹੁੰਦੇ ਨੇ, ਭਰਮ ਭੁਲੇਖੇ ਪੈਦਾ ਹੁੰਦੇ ਨੇ, ਡਰ ਪੈਦਾ ਹੁੰਦੇ ਨੇ। ਇੱਕ ਦੇ ਦਰ 'ਤੇ ਆ ਜਾ, ਬਾਕੀ ਡਰ ਲਾ ਕੇ ਆ। ਅਤੇ ਸਤਿਗੁਰੂ ਜੀ ਇਹੀ ਗੱਲ ਕਰਦੇ ਨੇ ਭਾਈ ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਿੱਖੀਏ। ਅਤੇ ਆਉਣਾ ਪਹਿਲਾਂ ਗੁਰੂ ਦੇ ਦਰ 'ਤੇ ਪੈਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈਓ ਹੁਕਮ ਮੰਨੋ, ਤਾਂ ਜੋ ਸਾਨੂੰ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਸਕੇ। ਦਾਤਾ ਰਹਿਮਤ ਕਰੇ, ਅਸੀਂ ਵੀ ਸੋਹਣੇ ਜੀਵਨ ਵਾਲੇ ਬਣੀਏ, ਸਾਨੂੰ ਵੀ ਗੁਰੂ ਦਾ ਉਪਦੇਸ਼ ਜਿਉਣਾ ਆ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।